ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਖਾਸ ਚਰਚਾ ਵਿੱਚ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਇੱਕ ਬਹੁਤ ਹੀ ਕਮਾਲ ਦੇ ਡਿਜੀਟਲ ਦਸਤਾਵੇਜ਼ ਨੂੰ ਡੀਕੋਡ ਕਰਨ ਜਾ ਰਹੇ ਹਾਂ। ਜ਼ਰਾ ਸੋਚੋ, ਇਤਿਹਾਸ ਦੇ ਪੂਰੇ 73 ਸਾਲਾਂ ਦਾ ਫਾਸਲਾ ਤੇ ਉਹ ਵੀ ਸਿਰਫ ਇੱਕੋ ਤਾਰੀਖ ਰਾਹੀਂ ਕਿਵੇਂ ਜੋੜਿਆ ਜਾ ਸਕਦਾ ਹੈ। ਅੱਜ ਦੇ ਡਿਜੀਟਲ ਜ਼ਮਾਨੇ ਵਿੱਚ ਇਤਿਹਾਸ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ, ਇਹ ਉਸ ਦੀ ਇੱਕ ਬਿਲਕੁਲ ਪਰਫੈਕਟ ਉਦਾਹਰਣ ਹੈ। ਤਾਂ ਫਿਰ ਆਓ ਸਿੱਧਾ ਅੱਜ ਦੇ ਆਪਣੇ ਇਸ ਮੂਲ ਦਸਤਾਵੇਜ਼ ਤੇ ਨਜ਼ਰ ਮਾਰਦੇ ਹਾਂ। ਇਹ ਕੋਈ ਆਮ ਜਿਹਾ ਟੈਕਸਟ ਨਹੀਂ ਹੈ। ਇਹ ਬਹੁਤ ਹੀ ਸੋਚ ਸਮਝ ਕੇ ਬੜੀ ਬਾਰੀਕੀ ਨਾਲ ਤਿਆਰ ਕੀਤਾ ਗਿਆ ਇੱਕ ਵਿਜ਼ੂਅਲ ਮੈਸੇਜ ਹੈ। ਇਸ ਵਿੱਚ ਚਿੰਨ੍ਹ ਨੇ, ਖਾਸ ਤਾਰੀਖਾਂ ਨੇ ਤੇ ਵੱਡੇ ਇਤਿਹਾਸਿਕ ਦਾਅਵੇ ਨੇ। ਆਪਾਂ ਅੱਜ ਮਿਲ ਕੇ ਇਸ ਗ੍ਰਾਫਿਕ ਦੀ ਇੱਕ-ਇੱਕ ਪਰਤ ਖੋਲਾਂਗੇ ਤੇ ਦੇਖਾਂਗੇ ਕਿ ਆਖਿਰ ਇਹ ਸਾਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਅੱਜ ਦੀ ਆਪਣੀ ਇਸ ਚਰਚਾ ਦਾ ਸਫ਼ਰ ਕੁਝ ਇਸ ਤਰ੍ਹਾਂ ਰਹੇਗਾ। ਸਭ ਤੋਂ ਪਹਿਲਾਂ ਸਿੱਖ ਇਤਿਹਾਸ ਵਿੱਚ ਇੱਕ ਦਿਨ, ਫਿਰ ਇਸ ਦੀ ਅਧਿਆਤਮਿਕ ਰੂਪਰੇਖਾ। ਉਸ ਤੋਂ ਬਾਅਦ ਆਪਾਂ 1915 ਫਿਰੋਜ਼ਪੁਰ ਗ੍ਰਿਫਤਾਰੀ ਅਤੇ 1988 ਬਲੈਕ ਥੰਡਰ ਬਾਰੇ ਗੱਲ ਕਰਾਂਗੇ ਤੇ ਅਖੀਰ ਵਿੱਚ ਦੇਖਾਂਗੇ ਆਧੁਨਿਕ ਡਿਜੀਟਲ ਪਹਿਚਾਣ। ਤਾਂ ਚਲੋ ਬਿਨਾਂ ਕਿਸੇ ਦੇਰੀ ਦੇ ਆਪਣੇ ਪਹਿਲੇ ਹਿੱਸੇ ਵੱਲ ਵਧਦੇ ਹਾਂ, ਜਿਸ ਦਾ ਨਾਮ ਹੈ ਸਿੱਖ ਇਤਿਹਾਸ ਵਿੱਚ ਇੱਕ ਦਿਨ। ਹੁਣ ਦੇਖੋ, ਇਸ ਪੂਰੇ ਡਿਜੀਟਲ ਗ੍ਰਾਫਿਕ ਦੀ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਇਹ ਪੂਰਾ ਬਿਰਤਾਂਤ ਸਿਰਫ ਤੇ ਸਿਰਫ ਇੱਕੋ ਕੈਲੰਡਰ ਤਾਰੀਖ ਯਾਨੀ 9 ਮਈ ਤੇ ਆਧਾਰਿਤ ਹੈ। ਬਣਾਉਣ ਵਾਲੇ ਨੇ ਬੜੇ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਹੈ 9th ਮਈ ਇਨ ਸਿੱਖ ਹਿਸਟਰੀ। ਤੇ ਹਾਂ, ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਾਕ ਦੇ ਦੋਵੇਂ ਪਾਸੇ ਲਾਲ ਰੰਗ ਦੇ ਝੰਡਿਆਂ ਵਾਲੇ ਇਮੋਜੀ ਲੱਗੇ ਹੋਏ ਨੇ। ਅਸਲ ਵਿੱਚ ਇਹ ਲਾਲ ਝੰਡੇ ਸਿਰਫ ਸਜਾਵਟ ਲਈ ਨਹੀਂ ਲਗਾਏ ਗਏ। ਇਹ ਪੜ੍ਹਨ ਵਾਲੇ ਦਾ ਧਿਆਨ ਸਿੱਧਾ ਆਪਣੇ ਵੱਲ ਖਿੱਚਦੇ ਨੇ ਅਤੇ ਇੱਕ ਵਿਜ਼ੂਅਲ ਐਂਕਰ ਦਾ ਕੰਮ ਕਰਦੇ ਨੇ ਤਾਂ ਜੋ ਇਸ ਦਿਨ ਦੀ ਅਹਿਮੀਅਤ ਨੂੰ ਉਭਾਰਿਆ ਜਾ ਸਕੇ। ਤੇ ਇਹ ਗੱਲ ਵਾਕਈ ਬਹੁਤ ਹੈਰਾਨ ਕਰਨ ਵਾਲੀ ਹੈ ਕਿ ਕਿਵੇਂ ਸਿਰਫ ਇੱਕ ਤਾਰੀਖ ਦੋ ਬਿਲਕੁਲ ਵੱਖ-ਵੱਖ ਯੁੱਗਾਂ ਨੂੰ ਆਪਸ ਵਿੱਚ ਜੋੜ ਦਿੰਦੀ ਹੈ। ਮਤਲਬ ਇਹ ਗ੍ਰਾਫਿਕ ਸਿੱਧਾ 1915 ਤੋਂ 1988 ਤੱਕ ਪੂਰੇ 73 ਸਾਲਾਂ ਦੀ ਇੱਕ ਵੱਡੀ ਛਾਲ ਮਾਰਦਾ ਹੈ। ਇਹ ਦੋਵੇਂ ਸਾਲ ਆਪਣੇ ਆਪ ਵਿੱਚ ਬਿਲਕੁਲ ਵੱਖਰੇ ਸਮੇਂ, ਵੱਖਰੇ ਸਿਆਸੀ ਹਾਲਾਤਾਂ ਅਤੇ ਵੱਖਰੀਆਂ ਪੀੜ੍ਹੀਆਂ ਨੂੰ ਦਰਸਾਉਂਦੇ ਨੇ। ਪਰ ਇਹ ਫਲਾਇਰ ਇਹਨਾਂ ਦੋਹਾਂ ਨੂੰ ਸਿਰਫ 9 ਮਈ ਦੇ ਇੱਕ ਸਾਂਝੇ ਧਾਗੇ ਨਾਲ ਬੰਨ੍ਹ ਦਿੰਦਾ ਹੈ। ਇਤਿਹਾਸ ਨੂੰ ਇਸ ਤਰ੍ਹਾਂ ਪੇਸ਼ ਕਰਨਾ ਸੱਚਮੁੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਤਰੀਕਾ ਹੈ। ਆਓ ਹੁਣ ਅਗਲੇ ਭਾਗ ਵੱਲ ਚੱਲਦੇ ਹਾਂ, ਜੋ ਹੈ ਅਧਿਆਤਮਿਕ ਰੂਪਰੇਖਾ, ਯਾਨੀ ਕਿ ਇੱਕ ਧਾਰਮਿਕ ਮਾਹੌਲ ਦੀ ਸਿਰਜਣਾ। ਸਭ ਤੋਂ ਅਹਿਮ ਨੁਕਤਾ ਜਿਸ ਤੇ ਆਪਾਂ ਗੌਰ ਕਰਨਾ ਹੈ ਉਹ ਇਹ ਹੈ ਕਿ ਇਸ ਪੋਸਟਰ ਦੀ ਸ਼ੁਰੂਆਤ ਕਿਸੇ ਤਾਰੀਖ ਜਾਂ ਘਟਨਾ ਤੋਂ ਨਹੀਂ ਹੁੰਦੀ, ਸਗੋਂ ਇੱਕ ਧਾਰਮਿਕ ਜੈਕਾਰੇ ਨਾਲ ਹੁੰਦੀ ਹੈ। ਬਿਲਕੁਲ ਸਿਖਰ ਤੇ ਲਿਖਿਆ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਰਵਾਇਤੀ ਸਿੱਖ ਨਮਸਕਾਰ ਪੜ੍ਹਨ ਵਾਲੇ ਦੇ ਮਨ ਵਿੱਚ ਤੁਰੰਤ ਇੱਕ ਸ਼ਰਧਾ ਅਤੇ ਸਤਿਕਾਰ ਵਾਲਾ ਮਾਹੌਲ ਪੈਦਾ ਕਰ ਦਿੰਦੀ ਹੈ। ਇਹ ਬਿਲਕੁਲ ਸਪਸ਼ਟ ਕਰ ਦਿੰਦਾ ਹੈ ਕਿ ਹੇਠਾਂ ਦਿੱਤੀ ਜਾਣਕਾਰੀ ਨੂੰ ਇੱਕ ਖਾਸ ਅਧਿਆਤਮਿਕ ਨਜ਼ਰੀਏ ਤੋਂ ਪੜ੍ਹਿਆ ਅਤੇ ਸਮਝਿਆ ਜਾਣਾ ਚਾਹੀਦਾ ਹੈ। ਤੇ ਇਹ ਧਾਰਮਿਕ ਭਾਵਨਾ ਸਿਰਫ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਹੈ ਜੀ। ਇਹਨਾਂ ਸ਼ਬਦਾਂ ਦੇ ਆਸ-ਪਾਸ ਖਾਸ ਡਿਜੀਟਲ ਚਿੰਨ੍ਹ ਵਰਤੇ ਗਏ ਨੇ, ਜਿਵੇਂ ਕਿ ਖੰਡੇ ਦੇ ਨਿਸ਼ਾਨ, ਲਾਲ ਗੁਲਾਬ ਦੇ ਫੁੱਲ ਅਤੇ ਹੱਥ ਜੋੜ ਕੇ ਨਮਸਕਾਰ ਕਰਦੇ ਇਮੋਜੀ। ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਇਹ ਸਾਰੇ ਮਿਲ ਕੇ ਇੱਕ ਬਹੁਤ ਹੀ ਸੁੰਦਰ ਵਿਜ਼ੂਅਲ ਫਰੇਮ ਤਿਆਰ ਕਰਦੇ ਨੇ। ਆਧੁਨਿਕ ਡਿਜੀਟਲ ਸੰਸਾਰ ਵਿੱਚ ਸਤਿਕਾਰ ਪ੍ਰਗਟ ਕਰਨ ਦਾ ਇੱਕ ਨਵਾਂ ਤਰੀਕਾ ਹੈ, ਜੋ ਸਾਨੂੰ ਦੱਸਦਾ ਹੈ ਕਿ ਇਹ ਸਿਰਫ ਜਾਣਕਾਰੀ ਨਹੀਂ ਬਲਕਿ ਭਾਵਨਾਵਾਂ ਨਾਲ ਜੁੜਿਆ ਇੱਕ ਸੁਨੇਹਾ ਹੈ। ਹੁਣ ਆਪਾਂ ਸਿੱਧਾ ਇਤਿਹਾਸਿਕ ਦਾਅਵਿਆਂ ਵੱਲ ਆਉਂਦੇ ਹਾਂ। ਪਹਿਲਾ ਦਾਅਵਾ 1915 ਦੇ ਫਿਰੋਜ਼ਪੁਰ ਕਿਲੇ ਦੇ ਗ੍ਰਿਫਤਾਰੀ ਨਾਲ ਜੁੜਿਆ ਹੋਇਆ ਹੈ। ਤਾਂ ਆਓ ਦੇਖਦੇ ਹਾਂ ਕਿ ਇਸ ਤਾਰੀਖ ਬਾਰੇ ਕੀ ਲਿਖਿਆ ਗਿਆ ਹੈ। ਇੱਥੇ ਇੱਕ ਹੱਥ ਵਿੱਚ ਕਲਮ ਫੜੇ ਹੋਏ ਇਮੋਜੀ ਦੀ ਵਰਤੋਂ ਕੀਤੀ ਗਈ ਹੈ। ਸ਼ਾਇਦ ਇਹ ਇਤਿਹਾਸ ਦੇ ਪੰਨਿਆਂ ਤੇ ਕੁਝ ਅਹਿਮ ਦਰਜ ਕਰਨ ਦਾ ਪ੍ਰਤੀਕ ਹੈ। ਟੈਕਸਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 9 ਮਈ 1915 ਨੂੰ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੂੰ ਫਿਰੋਜ਼ਪੁਰ ਕਿਲੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਵਿੱਚ ਸ਼ਾਮਿਲ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇੱਥੇ ਆਪਾਂ ਸਿਰਫ ਉਸੇ ਤੱਥ ਨੂੰ ਨਿਰਪੱਖਤਾ ਨਾਲ ਦੇਖ ਰਹੇ ਹਾਂ ਜੋ ਪੋਸਟ ਵਿੱਚ ਦਿੱਤਾ ਗਿਆ ਹੈ, ਜੋ ਸਾਨੂੰ ਬਸਤੀਵਾਦੀ ਦੌਰ ਦੀ ਇੱਕ ਅਹਿਮ ਇਤਿਹਾਸਿਕ ਘਟਨਾ ਬਾਰੇ ਦੱਸਦਾ ਹੈ। ਸਾਡਾ ਅਗਲਾ ਅਹਿਮ ਹਿੱਸਾ ਹੈ 1988 ਬਲੈਕ ਥੰਡਰ, ਦਰਬਾਰ ਸਾਹਿਬ ਤੇ ਕਾਰਵਾਈ। 1988 ਵਾਲੇ ਇਸ ਹਿੱਸੇ ਦੀ ਸ਼ੁਰੂਆਤ ਕਿਤਾਬਾਂ ਦੇ ਇੱਕ ਇਮੋਜੀ ਨਾਲ ਹੁੰਦੀ ਹੈ, ਮੰਨੋ ਇਤਿਹਾਸ ਦਾ ਇੱਕ ਹੋਰ ਅਹਿਮ ਪੰਨਾ ਖੁੱਲ੍ਹਣ ਲੱਗਾ ਹੋਵੇ। ਇੱਥੇ ਆ ਕੇ ਬਿਰਤਾਂਤ ਦਾ ਪੱਧਰ ਇੱਕਦਮ ਬਦਲ ਜਾਂਦਾ ਹੈ ਅਤੇ ਬਹੁਤ ਹੀ ਖਾਸ ਤੇ ਵੱਡੇ ਦਾਅਵੇ ਕੀਤੇ ਜਾਂਦੇ ਨੇ। ਇਸ ਵਿੱਚ ਲਿਖਿਆ ਹੈ ਕਿ ਭਾਰਤ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਡੀਜੀਪੀ ਕੰਵਰਪਾਲ ਸਿੰਘ ਗਿੱਲ ਦੀ ਕਮਾਂਡ ਹੇਠ ਸ਼੍ਰੀ ਦਰਬਾਰ ਸਾਹਿਬ ਜੀ ਤੇ ਹਮਲਾ ਕੀਤਾ ਗਿਆ। ਗ੍ਰਾਫਿਕ ਮੁਤਾਬਿਕ ਇਸ ਕਾਰਵਾਈ ਨੂੰ ਆਪਰੇਸ਼ਨ ਬਲੈਕ ਥੰਡਰ 2 ਦਾ ਨਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿੱਚ ਕਈ ਬੇਗੁਨਾਹ ਸਿੱਖ ਮਾਰੇ ਗਏ ਸਨ। ਆਪਾਂ ਇੱਥੇ ਕਿਸੇ ਪੱਖ ਦੀ ਗੱਲ ਨਹੀਂ ਕਰ ਰਹੇ, ਸਗੋਂ ਸਿਰਫ ਸਰੋਤ ਵਿੱਚ ਦਿੱਤੀ ਜਾਣਕਾਰੀ ਨੂੰ ਪੜ੍ਹ ਰਹੇ ਹਾਂ, ਜੋ ਉਸ ਦੌਰ ਦੇ ਇੱਕ ਬਹੁਤ ਹੀ ਸੰਵੇਦਨਸ਼ੀਲ ਪਲ ਦੀ ਗੱਲ ਕਰਦੀ ਹੈ।
ਹੁਣ ਜੇਕਰ ਆਪਾਂ ਇਹਨਾਂ ਦੋਹਾਂ ਘਟਨਾਵਾਂ ਦੀ ਆਪਸ ਵਿੱਚ ਤੁਲਨਾ ਕਰੀਏ ਤਾਂ ਨਤੀਜਾ ਬਹੁਤ ਹੀ ਦਿਲਚਸਪ ਨਿਕਲਦਾ ਹੈ। ਇੱਕ ਪਾਸੇ 1915 ਦੀ ਘਟਨਾ ਹੈ ਜਿਸ ਦਾ ਕੇਂਦਰ ਮੁੱਖ ਤੌਰ ਤੇ ਇੱਕੋ ਵਿਅਕਤੀ ਯਾਨੀ ਭਾਈ ਰਣਧੀਰ ਸਿੰਘ ਜੀ ਦੀ ਗ੍ਰਿਫਤਾਰੀ ਹੈ। ਦੂਜੇ ਪਾਸੇ 1988 ਦੀ ਘਟਨਾ ਹੈ ਜੋ ਇੱਕ ਬਹੁਤ ਵੱਡੇ ਪੱਧਰ ਦੇ ਸਰਕਾਰੀ ਆਪਰੇਸ਼ਨ ਨੂੰ ਦਰਸਾਉਂਦੀ ਹੈ ਜਿਸ ਵਿੱਚ ਰਾਜ ਦੀ ਪੂਰੀ ਮਸ਼ੀਨਰੀ ਅਤੇ ਉੱਚ ਅਧਿਕਾਰੀ ਸ਼ਾਮਿਲ ਨੇ। ਇਹ ਤੁਲਨਾ ਸਾਨੂੰ ਸਾਫ਼ ਦਿਖਾਉਂਦੀ ਹੈ ਕਿ ਕਿਵੇਂ ਕੈਲੰਡਰ ਦੀ ਇੱਕੋ ਤਾਰੀਖ ਵੱਖ-ਵੱਖ ਪੱਧਰਾਂ ਦੇ ਸੰਘਰਸ਼ਾਂ ਅਤੇ ਇਤਿਹਾਸਿਕ ਮੀਲ ਪੱਥਰਾਂ ਦੀ ਗਵਾਹ ਹੋ ਸਕਦੀ ਹੈ। ਉਹ ਹੁਣ ਆਪਣੀ ਚਰਚਾ ਦੇ ਆਖਰੀ ਪਰ ਬਹੁਤ ਹੀ ਅਹਿਮ ਭਾਗ ਵੱਲ ਚਲੀਏ, ਆਧੁਨਿਕ ਡਿਜੀਟਲ ਪਹਿਚਾਣ। ਜੇਕਰ ਆਪਾਂ ਗ੍ਰਾਫਿਕ ਦੇ ਬਿਲਕੁਲ ਹੇਠਲੇ ਹਿੱਸੇ ਤੇ ਨਜ਼ਰ ਮਾਰੀਏ ਤਾਂ ਉੱਥੇ ਇੱਕ ਨਾਮ ਲਿਖਿਆ ਦਿਸਦਾ ਹੈ, ਭਾਈ ਹਰਚਰਨ ਸਿੰਘ ਪਟਨਾ ਸਾਹਿਬ ਵਾਲੇ। ਇਹ ਕੋਈ ਆਮ ਗੱਲ ਨਹੀਂ ਹੈ, ਇਹ ਬਹੁਤ ਮਹੱਤਵਪੂਰਨ ਹੈ। ਅੱਜ ਦੇ ਡਿਜੀਟਲ ਦੌਰ ਵਿੱਚ ਇਹ ਇੱਕ ਤਰ੍ਹਾਂ ਦੇ ਹਸਤਾਖਰ ਜਾਂ ਸਿਗਨੇਚਰ ਵਜੋਂ ਕੰਮ ਕਰਦਾ ਹੈ। ਇਹ ਦੱਸਦਾ ਹੈ ਕਿ ਇਹ ਇਤਿਹਾਸਿਕ ਜਾਣਕਾਰੀ ਕਿੱਥੋਂ ਆ ਰਹੀ ਹੈ ਜਾਂ ਕਹਿ ਲਓ ਕਿ ਇਸ ਬਿਰਤਾਂਤ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਕੌਣ ਲੈ ਰਿਹਾ ਹੈ। ਇੱਥੇ ਸਿਰਫ ਨਾਮ ਨਹੀਂ ਦਿੱਤਾ ਗਿਆ, ਸਗੋਂ ਪਟਨਾ ਸਾਹਿਬ ਸਥਾਨ ਦਾ ਵੀ ਜ਼ਿਕਰ ਹੈ ਜੋ ਕਿ ਇੱਕ ਅਹਿਮ ਸਿੱਖ ਤਖਤ ਹੈ। ਸ਼ਾਇਦ ਇਹ ਇਸ ਪੋਸਟਰ ਨੂੰ ਹੋਰ ਪ੍ਰਮਾਣਿਕਤਾ ਜਾਂ ਅਥਾਰਟੀ ਦੇਣ ਲਈ ਲਿਖਿਆ ਗਿਆ ਹੈ। ਤੇ ਇਸੇ ਡਿਜੀਟਲ ਪਹਿਚਾਣ ਦਾ ਇੱਕ ਹੋਰ ਬਹੁਤ ਹੀ ਦਿਲਚਸਪ ਹਿੱਸਾ ਹੈ ਇੱਕ ਫੋਨ ਨੰਬਰ 9818822931। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਨੰਬਰ ਪੋਸਟਰ ਵਿੱਚ ਜਾਣ-ਬੁੱਝ ਕੇ 2 ਵਾਰ ਦਿੱਤਾ ਗਿਆ ਹੈ। ਇੱਕ ਵਾਰ ਬਿਲਕੁਲ ਹੇਠਾਂ ਲੇਖਕ ਦੇ ਨਾਮ ਦੇ ਨਾਲ ਅਤੇ ਦੂਜੀ ਵਾਰ ਪੋਸਟਰ ਦੇ ਸੱਜੇ ਪਾਸੇ ਲੰਬਾਈ ਵਾਲੇ ਰੁੱਖ। ਇਹ ਸਾਨੂੰ ਬੜੀ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਅੱਜਕੱਲ੍ਹ ਦੇ ਡਿਜੀਟਲ ਨੈਟਵਰਕ ਕਿਵੇਂ ਕੰਮ ਕਰਦੇ ਨੇ। ਇਸ ਨੂੰ ਬਣਾਉਣ ਵਾਲਾ ਸਿਰਫ ਜਾਣਕਾਰੀ ਵੰਡ ਨਹੀਂ ਰਿਹਾ, ਸਗੋਂ ਉਹ ਲੋਕਾਂ ਨਾਲ ਜੁੜਨ, ਗੱਲਬਾਤ ਕਰਨ ਅਤੇ ਆਪਣੀ ਪਹੁੰਚ ਵਧਾਉਣ ਲਈ ਆਪਣਾ ਸੰਪਰਕ ਨੰਬਰ ਵੀ ਦੇ ਰਿਹਾ ਹੈ। ਸੋ ਆਓ ਇੱਕ ਵਾਰ ਫਿਰ ਤੋਂ ਇਸ ਪੂਰੇ ਫਲਾਇਰ ਤੇ ਝਾਤੀ ਮਾਰਦੇ ਹਾਂ। ਇੱਕ ਬਹੁਤ ਹੀ ਵਧੀਆ ਉਦਾਹਰਣ ਹੈ ਕਿ ਇੱਕ ਛੋਟਾ ਜਿਹਾ ਗ੍ਰਾਫਿਕ ਕਿੰਨਾ ਸ਼ਕਤੀਸ਼ਾਲੀ ਹੋ ਸਕਦਾ ਹੈ। ਸਭ ਤੋਂ ਉੱਪਰ ਧਾਰਮਿਕ ਸ਼ਰਧਾ, ਵਿਚਕਾਰ 2 ਵੱਖ-ਵੱਖ ਸਦੀਆਂ ਦਾ ਇਤਿਹਾਸ ਤੇ ਅੰਤ ਵਿੱਚ ਇੱਕ ਆਧੁਨਿਕ ਡਿਜੀਟਲ ਪਛਾਣ। ਇਹ ਸਭ ਕੁਝ ਮਿਲ ਕੇ ਇੱਕ ਅਜਿਹਾ ਪੈਕੇਜ ਬਣ ਜਾਂਦਾ ਹੈ ਜਿਸ ਨੂੰ WhatsApp ਜਾਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਇਤਿਹਾਸ ਨੂੰ ਇਸ ਤਰ੍ਹਾਂ ਸੰਕਲਿਤ ਕਰਨਾ ਆਪਣੇ ਆਪ ਵਿੱਚ ਇੱਕ ਕਲਾ ਹੈ। ਤਾਂ ਫਿਰ ਇਸ ਪੂਰੀ ਚਰਚਾ ਤੋਂ ਬਾਅਦ ਸਾਡੇ ਸਾਰਿਆਂ ਲਈ ਸੋਚਣ ਵਾਲਾ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਉਹ ਇਹ ਕਿ ਆਧੁਨਿਕ ਡਿਜੀਟਲ ਫਲਾਇਰ ਆਉਣ ਵਾਲੀਆਂ ਪੀੜ੍ਹੀਆਂ ਲਈ ਗੁੰਝਲਦਾਰ ਇਤਿਹਾਸਕ ਤਾਰੀਖਾਂ ਦੀ ਯਾਦ ਨੂੰ ਕਿਵੇਂ ਨਵਾਂ ਰੂਪ ਦੇ ਰਹੇ ਨੇ। ਜਦੋਂ ਪੂਰੇ ਦੇ ਪੂਰੇ ਇਤਿਹਾਸ ਨੂੰ ਸਿਰਫ ਕੁਝ ਲਾਈਨਾਂ ਅਤੇ ਇਮੋਜੀਆਂ ਵਿੱਚ ਸਮੇਟ ਦਿੱਤਾ ਜਾਂਦਾ ਹੈ ਤਾਂ ਕੀ ਅਸੀਂ ਇਸ ਨੂੰ ਬਿਹਤਰ ਤਰੀਕੇ ਨਾਲ ਯਾਦ ਰੱਖਦੇ ਹਾਂ ਜਾਂ ਕਿਤੇ ਅਸੀਂ ਇਸ ਦੀ ਅਸਲ ਡੂੰਘਾਈ ਤਾਂ ਨਹੀਂ ਗੁਆ ਰਹੇ? ਇਹ ਇੱਕ ਅਜਿਹਾ ਸਵਾਲ ਹੈ ਜਿਸ ਤੇ ਸਾਰਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ। ਖੈਰ, ਅੱਜ ਸਾਡੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਚਰਚਾ ਵਿੱਚ।